ਓਮ ਸ਼ਾਂਤੀ। ਅੱਜ ਸੁਣਦੇ ਹਾਂ 27 ਫਰਵਰੀ 2022 ਦੇ ਬਾਬਾ ਦੇ ਅਵਿਅਕਤ ਮਹਾਵਾਕ ਰਿਵਾਈਜ਼ ਕੋਰਸ ਦੀ ਮੁਰਲੀ ਹੈ 18 ਜਨਵਰੀ 1990 ਦੀ। ਮੁਰਲੀ ਦਾ ਸਾਰ ਹੈ, ਖੁਦ ਤੇ ਸੇਵਾ ਵਿੱਚ ਤੀਵਰ ਗਤੀ ਦੇ ਪਰਿਵਰਤਨ ਦਾ ਗਹਿਰਾ ਰਾਜ। ਸਵਯੰ ਤੇ ਸੇਵਾ ਵਿੱਚ ਤੀਵਰ ਗਤੀ ਦੇ ਪਰਿਵਰਤਨ ਦਾ ਗਹਿਰਾ ਰਾਜ। ਅੱਜ ਸਰਵ ਬੱਚਿਆਂ ਦੇ ਸਨੇਹੀ ਮਾਤਾ ਪਿਤਾ ਆਪਣੇ ਸਨੇਹੀ ਬੱਚਿਆਂ ਦੇ ਸਨੇਹ ਦੇ ਦਿਲ ਦੀ ਆਵਾਜ਼, ਸਨੇਹ ਦੇ ਮੋਤੀਆਂ ਦੀ ਮਾਲਾ ਵੇਖ ਬੱਚਿਆਂ ਨੂੰ ਸਨੇਹ ਦੇ ਰਿਟਰਨ ਵਿੱਚ ਵਿਸ਼ੇਸ਼ ਵਰਦਾਨ ਦੇ ਰਹੇ ਨੇ। ਸਦਾ ਸਮੀਪ ਭਵ, ਸਮਾਨ ਸਮਰਥ ਭਵ, ਸਦਾ ਸੰਪੰਨ ਸੰਤੁਸ਼ਟ ਭਵ। ਸਭ ਦੇ ਦਿਲ ਦਾ ਸਨੇਹ ਆਪ ਦੇ ਦਿਲ ਵਿੱਚ ਸੰਕਲਪ ਉੱਠਦੇ ਹੀ ਬਾਪ ਦਾਦਾ ਦੇ ਕੋਲ ਅਤੀ ਤੀਵਰ ਗਤੀ ਨਾਲ ਪਹੁੰਚ ਜਾਂਦਾ ਹੈ। ਚਾਰੋਂ ਪਾਸੋਂ ਦੇ ਦੇਸ਼ ਵਿਦੇਸ਼ ਦੇ ਬੱਚੇ ਅੱਜ ਪਿਆਰ ਦੇ ਸਾਗਰ ਵਿੱਚ ਲਵਲੀਨ ਨੇ। ਬਾਪ ਦਾਦਾ ਉਹਨਾਂ ਵਿੱਚੋਂ ਵਿਸ਼ੇਸ਼ ਬ੍ਰਹਮਾ ਮਾਂ ਬੱਚਿਆਂ ਨੂੰ ਸਨੇਹ ਵਿੱਚ ਲਵਲੀਨ ਦੇਖ ਕੇ ਖੁਦ ਵੀ ਬੱਚਿਆਂ ਦੇ ਲਵ ਵਿੱਚ ਸਨੇਹ ਵਿੱਚ ਸਮਾਏ ਹੋਏ ਨੇ। ਬੱਚੇ ਜਾਣਦੇ ਨੇ ਬ੍ਰਹਮਾ ਮਾਂ ਦਾ ਬੱਚਿਆਂ ਵਿੱਚ ਵਿਸ਼ੇਸ਼ ਸਨੇਹ ਰਿਹਾ ਹੈ, ਹੁਣ ਵੀ ਹੈ। ਪਾਲਣਾ ਕਰਨ ਵਾਲੀ ਮਾਂ ਦਾ ਸਵਤः ਹੀ ਵਿਸ਼ੇਸ਼ ਸਨੇਹ ਹੁੰਦਾ ਹੈ ਨਾ। ਅੱਜ ਬ੍ਰਹਮਾ ਮਾਂ ਇੱਕ ਇੱਕ ਬੱਚੇ ਨੂੰ ਦੇਖ ਹਰਸ਼ਿਤ ਹੋ ਰਹੀ ਹੈ। ਬੱਚਿਆਂ ਦੇ ਮਨ ਵਿੱਚ, ਬੁੱਧੀ ਵਿੱਚ, ਦਿਲ ਵਿੱਚ, ਨੈਣਾ ਵਿੱਚ ਮਾਤ ਪਿਤਾ ਦੇ ਸਿਵਾਏ ਹੋਰ ਕੋਈ ਨਹੀਂ। ਸਭ ਬੱਚੇ ਇੱਕ ਵੱਲ ਇੱਕ ਭਰੋਸੇ ਤੋਂ ਅੱਗੇ ਵਧ ਰਹੇ ਨੇ। ਅਗਰ ਕਿਤੇ ਰੁਕਦੇ ਵੀ ਨੇ ਤਾਂ ਮਾਤ ਪਿਤਾ ਦੇ ਸਨੇਹ ਦਾ ਹੱਥ ਫਿਰ ਤੋਂ ਸਮਰਥ ਬਣਾਏ ਅੱਗੇ ਵਧਾ ਦਿੰਦਾ ਹੈ। ਅੱਜ ਮਾਤ ਪਿਤਾ ਬੱਚਿਆਂ ਦੇ ਸ੍ਰੇਸ਼ਟ ਭਾਗਯ ਦੇ ਗੀਤ ਗਾ ਰਹੇ ਸੀ, ਕਿਉਂਕਿ ਅੱਜ ਦਾ ਦਿਨ ਵਿਸ਼ੇਸ਼ ਸੂਰਜ ਚੰਦਰਮਾ ਦਾ ਬੈਕਬਨ ਹੋ ਕੇ ਸਿਤਾਰਿਆਂ ਨੂੰ ਵਿਸ਼ਵ ਦੇ ਆਕਾਸ਼ ਵਿੱਚ ਪ੍ਰਤੱਖ ਕਰਨ ਦਾ ਦਿਨ ਹੈ। ਜਿਵੇਂ ਯੱਗ ਦੀ ਸਥਾਪਨਾ ਦੇ ਆਦਿ ਵਿੱਚ ਬ੍ਰਹਮਾ ਬਾਪ ਨੇ ਬੱਚਿਆਂ ਨੂੰ ਅੱਗੇ ਰੱਖ ਆਪਣਾ ਸਭ ਕੁਝ ਸਮਰਪਿਤ ਕੀਤਾ, ਅਰਥਾਤ ਵਿਲ ਕੀਤੀ, ਐਵੇਂ ਅੱਜ ਦੇ ਦਿਨ ਤੇ ਬ੍ਰਹਮਾ ਬਾਪ ਨੇ ਬੱਚਿਆਂ ਨੂੰ ਸਰਵ ਸ਼ਕਤੀਆਂ ਦੀ ਵਿਲ ਕੀਤੀ, ਅਰਥਾਤ ਵਿਲ ਪਾਵਰ ਦਿੱਤੀ। ਅੱਜ ਦੇ ਦਿਨ ਨੈਣਾ ਦੁਆਰਾ, ਸੰਕਲਪ ਦੁਆਰਾ ਬਾਪ ਨੇ ਬੱਚਿਆਂ ਨੂੰ ਵਿਸ਼ੇਸ਼ ਸਨ ਸ਼ੋਜ਼ ਫਾਦਰ ਦੀ ਵਿਸ਼ੇਸ਼ ਸੌਗਾਤ ਦਿੱਤੀ। ਅੱਜ ਦੇ ਦਿਨ ਬਾਪ ਨੇ ਪ੍ਰਤੱਖ ਸਾਕਾਰ ਰੂਪ ਵਿੱਚ ਕਰਾਵਨਹਾਰ ਦਾ ਪਾਠ ਵਜਾਉਣ ਦਾ ਪ੍ਰਤੱਖ ਰੂਪ ਵਿਖਾਇਆ। ਬ੍ਰਹਮਾ ਬਾਪ ਅੱਜ ਦੇ ਦਿਨ ਪ੍ਰਤੱਖ ਰੂਪ ਵਿੱਚ ਕਰਾਵਨਹਾਰ ਬਾਪ ਦੇ ਸਾਥੀ ਬਣੇ। ਕਰਨਹਾਰ ਨਿਮਿਤ ਬੱਚਿਆਂ ਨੂੰ ਬਣਾਇਆ, ਕਰਾਵਨਹਾਰ ਮਾਤ ਪਿਤਾ ਸਾਥੀ ਬਣੇ। ਅੱਜ ਦੇ ਦਿਨ ਬ੍ਰਹਮਾ ਬਾਪ ਨੇ ਆਪਣੀ ਸੇਵਾ ਦੀ ਰੀਤੀ ਤੇ ਗਤੀ ਪਰਿਵਰਤਨ ਕੀਤੀ। ਅੱਜ ਦੇ ਦਿਨ ਵਿਸ਼ੇਸ਼ ਬ੍ਰਹਮਾ ਬਾਪ ਦੇ ਤੋਂ ਸੂਖਮ ਫਰਿਸ਼ਤਾ ਸਰੂਪ ਧਾਰਨ ਕਰ ਉੱਚੇ ਵਤਨ, ਸੂਖਮ ਵਤਨ ਨਿਵਾਸੀ ਬਣੇ। ਕਿਸ ਲਈ? ਬੱਚਿਆਂ ਨੂੰ ਤੀਵਰ ਗਤੀ ਤੋਂ ਉੱਚਾ ਚੱਕਣ ਦੇ ਲਈ, ਬੱਚਿਆਂ ਨੂੰ ਫਰਿਸ਼ਤਾ ਰੂਪੀ ਉਡਾਉਣ ਦੇ ਲਈ। ਐਨੇ ਸ੍ਰੇਸ਼ਟ ਮਹੱਤਵ ਦਾ ਇਹ ਦਿਨ ਹੈ। ਸਿਰਫ ਸਨੇਹ ਦਾ ਦਿਵਸ ਨਹੀਂ, ਲੇਕਿਨ ਵਿਸ਼ਵ ਦੀ ਆਤਮਾਵਾਂ ਨੂੰ ਬ੍ਰਾਹਮਣ ਆਤਮਾਵਾਂ ਤੇ ਸੇਵਾ ਦੀ ਗਤੀ ਦਾ ਪਰਿਵਰਤਨ ਡਰਾਮਾ ਵਿੱਚ ਨੁੰਦਿਆ ਹੋਇਆ ਹੈ, ਜੋ ਬੱਚੇ ਵੀ ਵੇਖ ਰਹੇ ਨੇ। ਵਿਸ਼ਵ ਦੀ ਆਤਮਾਵਾਂ ਦੇ ਪ੍ਰਤੀ ਬੁੱਧੀਵਾਨਾਂ ਦੀ ਬੁੱਧੀ ਬਣੇ, ਬੁੱਧੀ ਦਾ ਪਰਿਵਰਤਨ ਹੋਇਆ, ਸੰਪਰਕ ਵਿੱਚ ਆਏ, ਸਹਿਯੋਗੀ ਬਣੇ। ਬ੍ਰਾਹਮਣ ਆਤਮਾਵਾਂ ਵਿੱਚ ਸ੍ਰੇਸ਼ਟ ਸੰਕਲਪ ਦੁਆਰਾ ਤੀਵਰ ਗਤੀ ਵਿੱਚ ਵ੍ਰਿੱਧੀ ਹੋਈ। ਸੇਵਾ ਦੇ ਪ੍ਰਤੀ ਸਨ ਸ਼ੋਜ਼ ਫਾਦਰ ਦੀ ਗਿਫਟ ਤੋਂ ਵਿਹੰਗ ਮਾਰਗ ਦੀ ਸੇਵਾ ਸ਼ੁਰੂ ਕੀਤੀ। ਇਹ ਗਿਫਟ ਸੇਵਾ ਦੀ ਲਿਫਟ ਬਣ ਗਈ। ਪਰਿਵਰਤਨ ਹੋਇਆ ਨਾ। ਹੁਣ ਅੱਗੇ ਚੱਲ ਕੇ ਸੇਵਾ ਵਿੱਚ ਹੋਰ ਵੀ ਪਰਿਵਰਤਨ ਦੇਖੋਗੇ। ਹੁਣ ਤੱਕ ਤੁਸੀਂ ਬ੍ਰਾਹਮਣ ਆਤਮਾਵਾਂ ਆਪਣੇ ਤਨ ਮਨ ਦੀ ਮਿਹਨਤ ਤੋਂ ਪ੍ਰੋਗਰਾਮ ਬਣਾਉਂਦੇ ਹੋ, ਸਟੇਜ ਤਿਆਰ ਕਰਦੇ ਹੋ, ਨਿਮੰਤਰਣ ਕਾਰਡ ਛਪਾਉਂਦੇ ਹੋ, ਕੋਈ VIP ਨੂੰ ਵੀ ਬੁਲਾਉਂਦੇ ਹੋ, ਰੇਡੀਓ TV ਵਾਲਿਆਂ ਨੂੰ ਵੀ ਸਹਿਯੋਗੀ ਬਣਾਉਂਦੇ ਹੋ, ਧਨ ਵੀ ਲਗਾਉਂਦੇ ਹੋ। ਲੇਕਿਨ ਅੱਗੇ ਚੱਲ ਕੇ ਤੁਸੀਂ ਖੁਦ ਹੀ VIP ਹੋ ਜਾਓਗੇ। ਤੁਹਾਡੇ ਤੋਂ ਵੱਡਾ ਕੋਈ ਹੋਰ ਵਿਖਾਈ ਨਹੀਂ ਦੇਵੇਗਾ। ਬਣੀ ਬਣਾਈ ਸਟੇਜ ਤੇ ਦੂਜੇ ਲੋਕ ਤੁਹਾਨੂੰ ਨਿਮੰਤਰਣ ਦੇਣਗੇ, ਆਪਣੇ ਤਨ ਮਨ ਧਨ ਦੀ ਸੇਵਾਵਾਂ ਦੀ ਖੁਦ ਆਫਰ ਕਰਨ ਦੇ, ਆਪ ਨੂੰ ਰਿਕੁਐਸਟ ਕਰਨਗੇ। ਮਿਹਨਤ ਤੁਸੀਂ ਨਹੀਂ ਕਰੋਗੇ, ਉਹ ਰਿਕੁਐਸਟ ਕਰਨਗੇ
ਕਿ ਤੁਸੀਂ ਸਾਡੇ ਕੋਲ ਆਓ, ਤਾਂ ਹੀ ਪ੍ਰਤੱਖਤਾ ਦੀ ਆਵਾਜ਼ ਬੁਲੰਦ ਹੋਏਗੀ। ਸਭ ਦਾ ਅਟੈਂਸ਼ਨ ਤੁਸੀਂ ਬੱਚਿਆਂ ਦੀ ਤਰਫ ਜਾਏਗਾ। ਉਹ ਜ਼ਿਆਦਾ ਸਮੇਂ ਨਹੀਂ ਚੱਲੇਗਾ। ਸਭ ਦੀ ਨਜ਼ਰ ਬਾਪ ਤਰਫ ਜਾਣਾ ਅਰਥਾਤ ਪ੍ਰਤੱਖਤਾ ਹੋਣਾ। ਜੈ ਜੈਕਾਰ ਦੇ ਚਾਰੋਂ ओर ਘੰਟੇ ਵੱਜਣਗੇ। ਇਹ ਡਰਾਮਾ ਦਾ ਸੂਖਮ ਰਾਜ ਬਣਿਆ ਹੋਇਆ ਹੈ। ਪ੍ਰਤੱਖਤਾ ਤੋਂ ਬਾਅਦ ਅਨੇਕ ਆਤਮਾਵਾਂ ਪਛਤਾਪ ਕਰਨਗੀਆਂ। ਬੱਚਿਆਂ ਦਾ ਪਛਤਾਪ ਬਾਪ ਨਹੀਂ ਵੇਖ ਸਕਦਾ, ਕਿਉਂਕਿ ਪਰਿਵਰਤਨ ਹੋ ਜਾਏਗਾ। ਹੁਣ ਬਾਪ ਬ੍ਰਾਹਮਣ ਆਤਮਾਵਾਂ ਦੀ ਉੱਚੀ ਸਟੇਜ ਜੋ ਸਦਾ ਕਾਲ ਦੀ ਬਣ ਰਹੀ ਹੈ, ਆਪ ਦੀ ਉੱਚੀ ਸਟੇਜ ਸੇਵਾ ਦੀ ਸਟੇਜ ਦੇ ਨਿਮੰਤਰਣ ਦਿਲਾਏਗੀ ਔਰ ਬੇਹੱਦ ਵਿਸ਼ਵ ਦੀ ਸਟੇਜ ਤੇ ਜੈ ਜੈਕਾਰ ਦਾ ਪਾਠ ਵਜਾਣਗੇ। ਸੁਣਿਆ ਸੇਵਾ ਦਾ ਪਰਿਵਰਤਨ। ਬਾਪ ਦੇ ਅਵਿਅਕਤ ਬਣਨ ਦੇ ਡਰਾਮਾ ਵਿੱਚ ਗੂੜ੍ਹ ਰਾਜ ਭਰੇ ਹੋਏ ਨੇ। ਕਈ ਬੱਚੇ ਸੋਚਦੇ ਨੇ ਘੱਟ ਤੋਂ ਘੱਟ ਬ੍ਰਹਮਾ ਬਾਪ ਛੁੱਟੀ ਲੈ ਕੇ ਤਾਂ ਜਾਂਦੇ, ਤਾਂ ਕੀ ਤੁਸੀਂ ਬਾਪ ਨੂੰ ਛੁੱਟੀ ਦਿੰਦੇ? ਨਹੀਂ ਦਿੰਦੇ ਨਾ। ਤਾਂ ਬਲਵਾਨ ਕੌਣ ਹੋਇਆ? ਅਗਰ ਛੁੱਟੀ ਲੈਂਦੇ ਤਾਂ ਕਰਮਾਤੀਤ ਬਣ ਨਹੀਂ ਸਕਦੇ, ਕਿਉਂਕਿ ਬਲੱਡ ਕਨੈਕਸ਼ਨ ਤੋਂ ਪਦਮ ਗੁਣਾ ਜ਼ਿਆਦਾ ਆਤਮਿਕ ਕਨੈਕਸ਼ਨ ਹੁੰਦਾ ਹੈ। ਬ੍ਰਹਮਾ ਨੂੰ ਤਾਂ ਕਰਮਾਤੀਤ ਹੋਣਾ ਸੀ ਜਾਂ ਸਨੇਹ ਦੇ ਬੰਧਨ ਵਿੱਚ ਬੰਧਨਾ ਸੀ। ਬ੍ਰਹਮਾ ਵੀ ਕਹਿੰਦੇ ਨੇ ਡਰਾਮਾ ਨੇ ਕਰਮਾਤੀਤ ਬਣਾਉਣ ਦਾ ਬੰਧਨ ਵਿੱਚ ਬੰਧਿਆ ਕਿੰਨੇ ਟਾਈਮ ਵਿੱਚ? ਸਮੇਂ ਹੁੰਦਾ ਤਾਂ ਪਾਠ ਹੋਰ ਹੋ ਜਾਂਦਾ। ਇਸ ਲਈ ਸਿਰਫ ਘੜੀ ਦਾ ਖੇਲ ਹੋ ਗਿਆ। ਬੱਚਿਆਂ ਨੂੰ ਵੀ ਅਣਜਾਣ ਬਣਾ ਦਿੱਤਾ, ਬਾਪ ਨੂੰ ਵੀ ਅਣਜਾਣ ਬਣਾ ਦਿੱਤਾ। ਇਸ ਨੂੰ ਕਹਿੰਦੇ ਨੇ ਵਾਹ ਡਰਾਮਾ ਵਾਹ। ਅਜਿਹਾ ਹੋਇਆ ਨਾ, ਜਦ ਡਰਾਮਾ ਵਾਹ ਵਾਹ ਹੈ ਤਾਂ ਹੋਰ ਕੋਈ ਸੰਕਲਪ ਉੱਠ ਨਹੀਂ ਸਕਦਾ। ਫੁੱਲ ਸਟਾਪ ਲਗਾ ਦਿੱਤਾ ਨਾ। ਨਹੀਂ ਤਾਂ ਕਮ ਤੋਂ ਕਮ ਬੱਚੇ ਤਾਂ ਪੁੱਛ ਸਕਦੇ ਸੀ ਕੀ ਹੋ ਰਿਹਾ ਹੈ, ਲੇਕਿਨ ਬਾਪ ਵੀ ਚੁੱਪ, ਬੱਚੇ ਵੀ ਚੁੱਪ ਰਹੇ। ਇਸ ਨੂੰ ਕਹਿੰਦੇ ਨੇ ਡਰਾਮਾ ਦਾ ਫੁੱਲ ਸਟਾਪ। ਉਸ ਘੜੀ ਤਾਂ ਫੁੱਲ ਸਟਾਪ ਲੱਗਿਆ ਨਾ। ਪਿੱਛੇ ਭਲੇ ਕੁਐਸਚਨ ਕਿੰਨੇ ਉੱਠੇ, ਲੇਕਿਨ ਉਹ ਘੜੀ ਨਹੀਂ ਤਾਂ ਵਾਹ ਡਰਾਮਾ ਵਾਹ ਕਹਾਂਗੇ ਨਾ। ਬਾਬਾ ਬਾਬਾ ਬੁਲਾਇਆ ਵੀ ਪਿੱਛੇ, ਪਹਿਲੇ ਨਹੀਂ ਬੁਲਾਇਆ। ਇਹ ਡਰਾਮਾ ਦੀ ਵਿਚਿੱਤਰ ਨੂੰਦ ਹੋਣੀ ਹੀ ਸੀ ਔਰ ਹੋਣੀ ਹੀ ਹੈ। ਪਰਿਵਰਤਨਸ਼ੀਲ ਡਰਾਮਾ ਪਾਠ ਨੂੰ ਵੀ ਪਰਿਵਰਤਨ ਕਰ ਦਿੰਦਾ ਹੈ। ਇਹ ਸਭ ਟੀਚਰ ਅਵਿਅਕਤ ਰਚਨਾ ਹੈ। ਮੈਜੋਰਿਟੀ ਸਾਕਾਰ ਦੀ ਪਾਲਣਾ ਲੈਣ ਵਾਲੀ ਟੀਚਰ ਬਹੁਤ ਥੋੜੀਆਂ ਨੇ। ਫਾਸਟ ਗਤੀ ਤੋਂ ਪੈਦਾ ਹੋਈਆਂ ਨੇ, ਕਿਉਂਕਿ ਸੰਕਲਪ ਦੀ ਗਤੀ ਸਭ ਤੋਂ ਫਾਸਟ ਹੈ। ਆਦਿ ਰਤਨ ਹੈ ਮੁੱਖ ਵੰਸ਼ਾਵਲੀ, ਆਪ ਹੋ ਸੰਕਲਪਾਂ ਦੀ ਵੰਸ਼ਾਵਲੀ। ਇਸ ਲਈ ਬ੍ਰਹਮਾ ਦੀਆਂ ਦੋ ਰਚਨਾ ਗਾਈਆਂ ਹੋਈਆਂ ਨੇ। ਇੱਕ ਨੇ ਮੁੱਖ ਵੰਸ਼ਾਵਲੀ, ਫਿਰ ਸੰਕਲਪਾਂ ਦੁਆਰਾ ਸ੍ਰਿਸ਼ਟੀ ਰਚੀ। ਹੋ ਤਾਂ ਬ੍ਰਹਮਾ ਦੀ ਰਚਨਾ, ਤਾਂ ਹੀ ਤਾਂ ਬੀਕੇ ਕਹਿਲਾਂਦੇ ਹੋ। ਸ਼ਿਵ ਕੁਮਾਰੀਆਂ ਤੋਂ ਨਹੀਂ ਕਹਿਲਾਂਦੀਆਂ ਨਾ। ਡਬਲ ਫੋਰਨਰਸ ਵੀ ਸਭ ਸੰਕਲਪਾਂ ਦੀ ਰਚਨਾ ਹੈ। ਐਵੇਂ ਤੀਵਰ ਗਤੀ ਨਾਲ ਸਾਰੀ ਟੀਚਰਸ ਅੱਗੇ ਵੱਧ ਰਹੀਆਂ ਹੋ। ਜਦ ਰਚਨਾ ਹੀ ਤੀਵਰ ਗਤੀ ਦੀ ਹੋਵੇ ਤਾਂ ਪੁਰਸ਼ਾਰਥ ਵੀ ਤੀਵਰ ਗਤੀ ਨਾਲ ਹੋਣਾ ਚਾਹੀਦਾ ਹੈ। ਸਦਾ ਇਹ ਚੈੱਕ ਕਰੋ ਕਿ ਸਦਾ ਤੀਵਰ ਪੁਰਸ਼ਾਰਥੀ ਹਾਂ ਜਾਂ ਕਦੇ ਕਦੇ ਹਾਂ। ਸਮਝਿਆ? ਹੁਣ ਕਿਆ ਕਿਉਂ ਕੈਸੇ ਦਾ ਗੀਤ ਖਤਮ ਕਰੋ। ਵਾਹ ਵਾਹ ਦੇ ਗੀਤ ਗਾਓ। ਅੱਛਾ, ਚਾਰੋਂ ओर ਦੇ ਸਰਵ ਸਨੇਹੀ ਸ਼ਕਤੀ ਸੰਪੰਨ ਸ੍ਰੇਸ਼ਟ ਆਤਮਾਵਾਂ ਨੂੰ ਸਦਾ ਬਾਪ ਦੇ ਨਾਲ ਨਾਲ ਤੀਵਰ ਗਤੀ ਤੋਂ ਪਰਿਵਰਤਨ ਦੇ ਸਾਥੀ ਸਮੀਪ ਆਤਮਾਵਾਂ ਨੂੰ ਸਦਾ ਆਪਣੀ ਉੜਦੀ ਕਲਾ ਨਾਲ अन्य ਆਤਮਾਵਾਂ ਨੂੰ ਵੀ ਉਡਾਣ ਵਾਲੇ ਨਿਰਬੰਧਨ ਉੜਦੇ ਪੰਛੀ ਆਤਮਾਵਾਂ ਨੂੰ ਸਦਾ ਸੰਨ ਸ਼ੋਧ ਫਾਦਰ ਦੀ ਗਿਫਟ ਵਾਲੀਆਂ ਸਵਯੰ ਤੇ ਸੇਵਾ ਵਿੱਚ ਤੀਵਰ ਗਤੀ ਨਾਲ ਪਰਿਵਰਤਨ ਲਾਉਣ ਵਾਲੀ ਐਵੇਂ ਸਰਵ ਲਵਲੀਨ ਬੱਚਿਆਂ ਨੂੰ ਇਸ ਮਹੱਤਵ ਦਿਵਸ ਦੇ ਮਹੱਤਵ ਦੇ ਨਾਲ ਨਾਲ ਮਾਤ ਪਿਤਾ ਦਾ ਵਿਸ਼ੇਸ਼ ਯਾਦ ਪਿਆਰ ਤੇ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਹੁਣ ਹੈ ਹੁਬਲੀ ਜ਼ੋਨ ਦੇ ਭਾਈ ਭੈਣਾਂ ਨਾਲ ਅਵਿਅਕਤ ਬਾਪ ਦਾਦਾ ਦੀ ਮੁਲਾਕਾਤ। ਸਦਾ ਆਪਣੇ ਆਪ ਨੂੰ ਹਰ ਕਦਮ ਵਿੱਚ ਪਦਮਾਂ ਦੀ ਕਮਾਈ ਜਮ੍ਹਾਂ ਕਰਨ ਵਾਲੇ ਪਦਮਾ ਪਦਨ ਭਾਗਯਵਾਨ ਸਮਝਦੇ ਹੋ। ਇਹ ਜੋ ਗਾਇਨ ਹੈ ਹਰ ਕਦਮ ਮੇਂ ਪਦਮ, ਕਿਸ ਦੇ ਲਈ ਗਾਇਨ ਹੈ? ਸਾਰੇ ਦਿਨ ਵਿੱਚ ਕਿੰਨੇ ਪਦਮ ਇਕੱਠੇ ਕਰਦੇ ਹੋ? ਸੰਗਮ ਯੁੱਗ ਬੜੀ ਤੇ ਬੜੀ ਕਮਾਈ ਦੇ ਸੀਜ਼ਨ ਦਾ ਯੁੱਗ ਹੈ। ਤਾਂ ਸੀਜ਼ਨ ਦੇ ਸਮੇਂ ਕੀ ਕੀਤਾ ਜਾਂਦਾ ਹੈ? ਇੰਨਾ ਟੈਨਸ਼ਨ ਰੱਖਦੇ ਹੋ? ਹਰ ਸਮੇਂ ਯਾਦ ਰਹੇ ਅਬ ਨਹੀਂ तो कब नहीं। ਜੋ ਘੜੀ ਬੀਤ ਗਈ ਉਹ ਫਿਰ ਨਹੀਂ ਆਏਗੀ। ਇੱਕ ਘੜੀ ਵਿਅਰਥ ਜਾਣਾ ਅਰਥਾਤ ਕਿੰਨੇ ਕਦਮ ਵਿਅਰਥ ਗਏ, ਪਦਮ ਵਿਅਰਥ ਗਏ। ਇਸ ਲਈ ਹਰ ਘੜੀ ਇਹ ਸਲੋਗਨ ਯਾਦ ਰਹੇ,
ਜੋ ਸਮੇਂ ਦੇ ਮਹੱਤਵ ਨੂੰ ਜਾਣਦੇ ਨੇ ਉਹ ਖੁਦ ਮਹਾਨ ਬੰਦੇ ਨੇ। ਸਵਯੰ ਨੂੰ ਜਾਣਨਾ ਤੇ ਸਮੇਂ ਨੂੰ ਜਾਣਨਾ ਜ਼ਰੂਰੀ ਹੈ। ਦੋਨੋਂ ਹੀ ਵਿਸ਼ੇਸ਼ ਨੇ। ਇਸ ਸਮ੍ਰਿਤੀ ਦਿਵਸ ਤੇ ਵਿਸ਼ੇਸ਼ ਸਦਾ ਸਮਰਥ ਬਣਨ ਦਾ ਸ੍ਰੇਸ਼ਟ ਸੰਕਲਪ ਕੀਤਾ। ਵਿਅਰਥ ਸੰਕਲਪ, ਬੋਲ, ਸਭ ਰੂਪਾਂ ਤੋਂ ਵਿਅਰਥ ਨੂੰ ਖਤਮ ਕਰਨ ਦਾ ਦਿਨ ਹੈ। ਜਦੋਂ ਨੌਲੇਜ ਮਿਲ ਗਈ ਵਿਅਰਥ ਕੀ ਹੈ, ਸਮਰਥ ਕੀ ਹੈ, ਤਾਂ ਨੌਲੇਜਫੁਲ ਆਤਮਾ ਕਦੇ ਵੀ ਸਮਰਥ ਨੂੰ ਛੋੜ ਵਿਅਰਥ ਦੀ ਤਰਫ ਜਾ ਨਹੀਂ ਸਕਦੀ। ਜਿੰਨਾ ਖੁਦ ਸਮਰਥ ਬਣੋਗੇ ਉਹਨਾਂ ਹੋਰਾਂ ਨੂੰ ਸਮਰਥ ਬਣਾ ਸਕੋਗੇ। 63 ਜਨਮ ਗਵਾਏ, ਸਮਰਥ ਬਣਨ ਦਾ ਇੱਕ ਜਨਮ ਹੈ। ਇਸ ਸਮੇਂ ਨੂੰ ਵਿਅਰਥ ਨਹੀਂ ਕਰਨਾ। ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਆਪਣੀ ਦਿਨਚਰਿਆ ਨੂੰ ਚੈੱਕ ਕਰਨਾ। ਐਵੇਂ ਨਹੀਂ ਕਿ ਸਿਰਫ ਰਾਤ ਨੂੰ ਚਾਰਟ ਚੈੱਕ ਕਰੋ, ਲੇਕਿਨ ਵਿੱਚੋਂ ਵੀ ਚੈੱਕ ਕਰੋ। ਵਾਰ-ਵਾਰ ਚੈੱਕ ਕਰਨ ਨਾਲ ਚੇਂਜ ਕਰ ਸਕੋਗੇ। ਅਗਰ ਰਾਤ ਨੂੰ ਚੈੱਕ ਕਰੋਗੇ, ਜੋ ਵਿਅਰਥ ਗਿਆ ਉਹ ਵਿਅਰਥ ਦੇ ਖਾਤੇ ਵਿੱਚ ਹੀ ਹੋ ਜਾਏਗਾ। ਇਸ ਲਈ ਤਾਂ ਬਾਪ ਦਾਦਾ ਨੇ ਵਿੱਚੋਂ ਟ੍ਰੈਫਿਕ ਕੰਟਰੋਲ ਦਾ ਟਾਈਮ ਫਿਕਸ ਕੀਤਾ ਹੈ। ਟ੍ਰੈਫਿਕ ਕੰਟਰੋਲ ਕਰਦੇ ਹੋ ਜਾਂ ਦਿਨ ਵਿੱਚ ਬਿਜ਼ੀ ਰਹਿੰਦੇ ਹੋ, ਆਪਣਾ ਨਿਯਮ ਬਣਾ ਰਹਿਣਾ ਚਾਹੀਦਾ ਹੈ। ਚਾਹੇ ਟਾਈਮ ਕੁਝ ਬਦਲੀ ਹੋ ਜਾਏ, ਲੇਕਿਨ ਅਗਰ ਅਟੈਂਸ਼ਨ ਰਹੇਗਾ ਤਾਂ ਕਮਾਈ ਜਮਾ ਹੁੰਦੀ ਰਹੇਗੀ। ਉਸ ਸਮੇਂ ਕੋਈ ਕੰਮ ਹੈ ਅੱਧੇ ਘੰਟੇ ਦੇ ਬਾਅਦ ਕਰ ਲਓ, ਕਰ ਸਕਦੇ ਹੋ ਨਾ। ਘੜੀ ਦੇ ਆਧਾਰ ਤੇ ਕਿਉਂ ਚੱਲੋ, ਆਪਣੀ ਬੁੱਧੀ ਹੀ ਘੜੀ ਹੈ। ਦਿਵਯ ਬੁੱਧੀ ਦੀ ਘੜੀ ਨੂੰ ਯਾਦ ਕਰੋ। ਜਿਸ ਗੱਲ ਦੀ ਆਦਤ ਪੈ ਜਾਂਦੀ ਹੈ, ਆਦਤ ਐਜੀ ਚੀਜ਼ ਹੈ ਨਾ ਚਾਹੁੰਦੇ ਵੀ ਆਪਣੀ ਤਰਫ ਖਿੱਚੇਗੀ। ਜਦੋਂ ਬੁਰੀ ਆਦਤ ਰਹਿਣ ਨਹੀਂ ਦਿੰਦੀ, ਆਪਣੀ ਤਰਫ ਖਿੱਚਦੀ ਹੈ, ਤਾਂ ਅੱਛੇ ਸੰਸਕਾਰ ਕਿਉਂ ਨਹੀਂ ਆਪਣਾ ਬਣਾ ਸਕਦੇ। ਸਦਾ ਚੈੱਕ ਕਰੋ, ਚੇਂਜ ਕਰੋ, ਸਦਾ ਦੇ ਲਈ ਕਮਾਈ ਜਮਾ ਹੁੰਦੀ ਰਹੇਗੀ। ਅੱਛਾ, ਦੂਜਾ ਪੁਆਇੰਟ, ਸਦਾ ਆਪਣੇ ਆਪ ਨੂੰ ਰੂਪ ਬਸੰਤ ਅਨੁਭਵ ਕਰਦੇ ਹੋ। रूप अर्थात ज्ञानी तो आत्मा और योगी तो आत्मा। जिस समय चाहिए रूप बन जाइए, जिस समय चाहिए बसंत बन जाइए। इसलिए तुहाडा स्लोगन है योगी बनो, पवित्र बनो, माना ज्ञानी बनो। होरां नूं भी स्लोगन याद दिवांदे हो ना, ਤਾਂ ਦੋਨੋਂ ਸਥਿਤੀਆਂ ਸੈਕਿੰਡ ਵਿੱਚ ਬਣ ਸਕਦੀਆਂ ਨੇ। ਐਵੇਂ ਨਾ ਹੋਵੇ ਬੰਨਾ ਚਾਹੋ ਰੂਪ, ਯਾਦ ਆਂਦੀ ਰਵੇ ਗਿਆਨ ਦੀਆਂ ਗੱਲਾਂ। ਸੈਕਿੰਡ ਤੋਂ ਵੀ ਘੱਟ ਟਾਈਮ ਵਿੱਚ ਫੁੱਲ ਸਟਾਪ ਲੱਗ ਜਾਵੇ। ਐਵੇਂ ਨਹੀਂ, ਫੁੱਲ ਸਟਾਪ ਲਗਾਓ ਹੁਣੇ ਔਰ ਲੱਗੇ 5 ਮਿੰਟਾਂ ਬਾਅਦ। ਇਸ ਨੂੰ ਪਾਵਰਫੁਲ ਬ੍ਰੇਕ ਨਹੀਂ ਕਹਾਂਗੇ। ਪਾਵਰਫੁਲ ਬ੍ਰੇਕ ਦਾ ਕੰਮ ਹੈ ਜਿੱਥੇ ਚਾਹੋ ਉੱਥੇ ਲੱਗੇ। ਸੈਕਿੰਡ ਵੀ ਦੇਰ ਤੋਂ ਲੱਗੀ ਤਾਂ ਐਕਸੀਡੈਂਟ ਹੋ ਜਾਏਗਾ। ਪਾਵਰਫੁਲ ਅਰਥਾਤ ਬ੍ਰੇਕ ਪਾਵਰਫੁਲ ਹੋਵੇ, ਫੁੱਲ ਸਟਾਪ। ਜਿੱਥੇ ਮਨ ਬੁੱਧੀ ਨੂੰ ਲਗਾਉਣਾ ਚਾਹੋ ਉੱਥੇ ਲਗਾ ਲਓ। ਇਹ ਮਨ ਬੁੱਧੀ ਸੰਸਕਾਰ ਤੁਸੀਂ ਆਤਮਾਵਾਂ ਦੀ ਸ਼ਕਤੀ ਹੈ। ਇਸ ਲਈ ਸਦਾ ਪ੍ਰੈਕਟਿਸ ਕਰਦੇ ਰਹੋ। ਜਿਸ ਸਮੇਂ ਜਿਸ ਵਿਧੀ ਨਾਲ ਮਨ ਬੁੱਧੀ ਨੂੰ ਲਗਾਉਣਾ ਚਾਹੁੰਦੇ ਹਾਂ ਉਹੀ ਲੱਗਦਾ ਹੈ ਜਾਂ ਟਾਈਮ ਤੇ ਲੱਗ ਜਾਂਦਾ ਹੈ। ਚੈੱਕ ਕਰੋ ਜਾਂ ਸਾਰਾ ਦਿਨ ਬੀਤ ਗਿਆ ਫਿਰ ਰਾਤ ਨੂੰ ਚੈੱਕ ਕਰਦੇ ਹੋ। ਵਿੱਚੋਂ ਵੀ ਚੈੱਕ ਕਰੋ। ਜਿਸ ਸਮੇਂ ਬੁੱਧੀ ਬਹੁਤ ਬਿਜ਼ੀ ਹੋਵੇ ਉਸ ਸਮੇਂ ਟਰਾਇਲ ਕਰਕੇ ਦੇਖੋ। ਹੁਣੇ ਬੁੱਧੀ ਨੂੰ ਉਸ ਤਰਫ ਤੋਂ ਹਟਾ ਕੇ ਬਾਪ ਦੀ ਤਰਫ ਲਗਾਉਣਾ ਚਾਹੋ ਤਾਂ ਸੈਕਿੰਡ ਵਿੱਚ ਲੱਗਦੀ ਹੈ। ਐਵੇਂ ਤਾਂ ਸੈਕਿੰਡ ਬਹੁਤ ਨੇ। ਇਸ ਨੂੰ ਕਹਿੰਦੇ ਨੇ ਕੰਟਰੋਲਿੰਗ ਪਾਵਰ। ਜਿਸ ਵਿੱਚ ਕੰਟਰੋਲਿੰਗ ਪਾਵਰ ਨਹੀਂ ਔਰ ਰੂਲਿੰਗ ਪਾਵਰ ਦੇ ਅਧਿਕਾਰੀ ਬਣ ਨਹੀਂ ਸਕਦੇ। ਸਵਰਾਜ ਦੇ ਹਿਸਾਬ ਨਾਲ ਹੁਣ ਵੀ ਰੂਲਰ ਹੋ, ਸ਼ਾਸਕ ਹੋ। ਸਵਰਾਜ ਮਿਲਿਆ ਹੋਇਆ ਹੈ ਨਾ। ਐਵੇਂ ਨਹੀਂ ਅੱਖਾਂ ਨੂੰ ਕਹੋ ਇਹ ਦੇਖੇ, ਉਹ ਦੇਖਣ ਕੁਛ ਹੋਰ। ਕੰਨਾਂ ਨੂੰ ਕਹੋ ਇਹ ਨਹੀਂ ਸੁਣੋ, ਤਾਂ ਵੀ ਉਹ ਸੁਣਦੇ ਰਹਿਣ। ਇਸ ਨੂੰ ਕੰਟਰੋਲਿੰਗ ਪਾਵਰ ਨਹੀਂ ਕਹਿੰਦੇ। ਕਦੇ ਕੋਈ ਕਰਮਿੰਦਰੀ ਧੋਖਾ ਨਾ ਦੇਵੇ, ਇਸ ਨੂੰ ਕਹਿੰਦੇ ਨੇ ਸਵਰਾਜ। ਤਾਂ ਸਵਰਾਜ ਚਲਾਣਾ ਆਂਦਾ ਹੈ ਨਾ। ਅਗਰ ਰਾਜਾ ਨੂੰ ਪ੍ਰਜਾ ਮੰਨੇ ਹੀ ਨਹੀਂ ਤਾਂ ਉਹਨੂੰ ਨਾਮ ਦਾ ਰਾਜਾ ਕਹਾਂਗੇ ਜਾਂ ਕੰਮ ਦਾ। ਆਤਮਾ ਦਾ ਨਾਦੀ ਰੂਪ ਹੀ ਰਾਜਾ ਦਾ ਹੈ, ਮਾਲਿਕ ਦਾ ਹੈ। ਇਹ ਤਾਂ ਪਿੱਛੇ ਪਰਤੰਤਰ ਬਣ ਗਈ। ਆਦਿ ਅਨਾਦਿ ਸਵਰੂਪ स्वतंत्र है। ਆਦਿ ਅਨਾਦਿ ਸਵਰੂਪ स्वतंत्र है ਤੇ ਆਦਿ ਅਨਾਦਿ ਸਵਰੂਪ ਸਹਿਜ ਵੀ ਤਾਂ ਯਾਦ ਆਣਾ ਚਾਹੀਦਾ ਹੈ ਨਾ। स्वतंत्र हो या थोड़े परतंत्र हो, मन ਦਾ ਬੰਧਨ ਨਹੀਂ। ਅਗਰ ਮਨ ਦਾ ਬੰਧਨ ਹੋਏਗਾ ਇਹ ਬੰਧਨ ਹੋਰ ਬੰਧਨਾਂ ਵੱਲ ਲੈ ਜਾਏਗਾ। ਕਿੰਨੇ ਜਨਮ ਬੰਧਨ ਵਿੱਚ ਰਹਿ ਕੇ ਦੇਖ ਲਿਆ। ਹੁਣ ਵੀ ਬੰਧਨ ਚੰਗਾ ਲੱਗਦਾ ਹੈ ਕਿ ਬੰਧਨ ਮੁਕਤ ਅਰਥਾਤ ਰਾਜਾ, ਸਵਰਾਜ ਅਧਿਕਾਰੀ। ਕਿਉਂਕਿ ਬੰਧਨ ਆਤਮਾ ਨੂੰ ਪ੍ਰਾਪਤੀਆਂ ਦਾ ਅਨੁਭਵ ਕਰਨ ਨਹੀਂ ਦਿੰਦਾ। ਇਸ ਲਈ ਸਦਾ ਬ੍ਰੇਕ ਪਾਵਰਫੁਲ ਰੱਖੋ
ਤਾਂ ਅੰਤ ਵਿੱਚ ਪਾਸ ਵਿਦ ਓਨਰ ਹੋਗੇ, ਫਸਟ ਡਿਵੀਜ਼ਨ ਵਿੱਚ ਆਓਗੇ। ਫਸਟ ਮਾਨਾ ਫਾਸਟ, ਢੀਲੇ ਢੀਲੇ ਨਹੀਂ। ਬ੍ਰੇਕ ਫਾਸਟ ਲੱਗੇ। ਕਦੇ ਵੀ ਉਚਾਈ ਦੇ ਰਾਸਤੇ ਤੇ ਜਾਂਦੇ ਨੇ, ਪਹਿਲੇ ਬ੍ਰੇਕ ਚੈੱਕ ਕਰਦੇ ਨੇ ਤੁਸੀਂ ਕਿੰਨਾ ਉੱਚਾ ਜਾਂਦੇ ਹੋ, ਤਾਂ ਬ੍ਰੇਕ ਪਾਵਰਫੁਲ ਚਾਹੀਦੀ ਹੈ ਨਾ। ਵਾਰ-ਵਾਰ ਚੈੱਕ ਕਰੋ, ਐਵੇਂ ਨਾ ਹੋਵੇ ਤੁਸੀਂ ਸਮਝੋ ਬ੍ਰੇਕ ਬੜੀ ਚੰਗੀ ਹੈ ਪਰ ਟਾਈਮ ਤੇ ਲੱਗੇ ਹੀ ਨਹੀਂ, ਧੋਖਾ ਹੋ ਜਾਏਗਾ। ਇਸ ਲਈ ਅਭਿਆਸ ਕਰੋ। ਸਟੋਪ ਕਿਹਾ, ਸਟੋਪ ਹੋ ਜਾਏ। ਰਿੱਧੀ ਸਿੱਧੀ ਵਾਲੇ ਕੀ ਕਰਦੇ ਨੇ, ਸਿੱਧੀ ਦਿਖਾਉਂਦੇ ਨੇ। ਚੱਲਦੀ ਟ੍ਰੇਨ ਨੂੰ ਸਟੋਪ ਕਰ ਦਿੱਤਾ, ਲੇਕਿਨ ਉਸ ਨਾਲ ਫਾਇਦਾ ਕੀ? ਤੁਸੀਂ ਸੰਕਲਪਾਂ ਦੀ ਟ੍ਰੈਫਿਕ ਨੂੰ ਸਟਾਪ ਕਰਦੇ ਹੋ। ਇਸ ਤੋਂ ਬਹੁਤ ਫਾਇਦੇ ਨੇ। ਤੁਹਾਡੀ ਹੈ ਵਿਧੀ ਤੋਂ ਸਿੱਧੀ, ਉਹਨਾਂ ਦੀ ਹੈ ਰਿੱਧੀ ਸਿੱਧੀ। ਉਹ ਅਲੱਗ ਕਾਲ ਦੀ ਹੈ, ਇਹ ਸਦਾ ਕਾਲ ਦੀ ਹੈ। ਤਾਂ ਸਾਰੇ ਨੌਲੇਜਫੁਲ ਬਣ ਗਏ। ਰਚਤਾ ਤੇ ਰਚਨਾ ਦੀ ਸਾਰੀ ਨੌਲੇਜ ਆ ਗਈ। ਦੁਨੀਆ ਵਾਲੇ ਸਮਝਦੇ ਨੇ ਮਾਤਾਵਾਂ ਕੀ ਕਰਨਗੀਆਂ। ਮਾਤਾਵਾਂ ਸੰਭਵ ਨੂੰ ਸੰਭਵ ਬਣਾ ਦਿੰਦੀਆਂ ਨੇ। ਅਜਿਹੀਆਂ ਸ਼ਕਤੀਆਂ ਹੋਣਾ ਅੱਛਾ ਵਰਦਾਨ ਹੈ। ਦੂਜਿਆਂ ਨੂੰ ਰਿਮਾਰਕ ਦੇਣ ਦੀ ਬਜਾਏ ਖੁਦ ਨੂੰ ਪਰਿਵਰਤਨ ਕਰਨ ਵਾਲੇ ਸਵਚਿੰਤਕ ਭਵ। ਦੂਜਿਆਂ ਦੇ ਲਈ ਰਿਮਾਰਕਸ ਦੇਣ ਦੀ ਬਜਾਏ ਖੁਦ ਨੂੰ ਪਰਿਵਰਤਨ ਕਰਨ ਵਾਲੇ ਸਵਚਿੰਤਕ ਭਵ। ਕਈ ਬੱਚੇ ਚਲਦੇ ਚਲਦੇ ਬਹੁਤ ਵੱਡੀ ਗਲਤੀ ਕਰਦੇ ਨੇ, ਜੋ ਦੂਜਿਆਂ ਦੇ ਜੱਜ ਬਣ ਜਾਂਦੇ ਨੇ, ਆਪਣੇ ਵਕੀਲ ਬਣ ਜਾਂਦੇ ਨੇ। ਕਹਿਣਗੇ ਇਸ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ, ਇਹਨਾਂ ਨੂੰ ਬਦਲਣਾ ਚਾਹੀਦਾ ਸੀ। ਆਪਣੇ ਲਈ ਕਹਿਣਗੇ ਇਹ ਗੱਲ ਤਾਂ ਬਿਲਕੁਲ ਠੀਕ ਹੈ, ਮੈਂ ਜੋ ਕਹਿੰਦਾ ਹਾਂ ਉਹ ਰਾਈਟ ਹੈ। ਹੁਣ ਦੂਜਿਆਂ ਦੇ ਲਈ ਅਜਿਹੀ ਰਿਮਾਰਕਸ ਦੇਣ ਦੀ ਬਜਾਏ ਖੁਦ ਦੇ ਜੱਜ ਬਣੋ, ਸਵਚਿੰਤਕ ਬਣ, ਖੁਦ ਨੂੰ ਦੇਖੋ, ਖੁਦ ਦਾ ਪਰਿਵਰਤਨ ਕਰੋ, ਤਾਂ ਵਿਸ਼ਵ ਪਰਿਵਰਤਨ ਹੋਵੇਗਾ। ਸਲੋਗਨ ਹੈ ਸਦਾ ਹਰਸ਼ਿਤ ਰਹਿਣਾ ਹੈ ਤਾਂ ਹਰ ਦ੍ਰਿਸ਼ ਨੂੰ ਸਾਖੀ ਹੋ ਕੇ ਵੇਖੋ। ਸਦਾ ਹਰਸ਼ਿਤ ਰਹਿਣਾ ਹੈ ਤਾਂ ਹਰ ਦ੍ਰਿਸ਼ ਨੂੰ ਸਾਖੀ ਹੋ ਕੇ ਵੇਖੋ। ਅੱਛਾ, ਓਮ ਸ਼ਾਂਤੀ।